ਸਤਿ ਸ਼੍ਰੀ ਅਕਾਲ। ਮੁੱਦਾ ਗਰਮ ਹੈ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਗਗਨ ਬੇਦੀ ਤੇ ਅੱਜ ਗੱਲਬਾਤ ਕਰਾਂਗੇ ਇੱਕ ਬੇहद ਅਹਿਮ ਮੁੱਦੇ ਦੇ ਉੱਤੇ, ਕਿਉਂਕਿ ਕੱਲ ਜਿਹੜਾ ਕੋਲਕਾਤਾ ਦੇ ਵਿੱਚ ਐਨਕਾਊਂਟਰ ਹੋਇਆ ਜੈਪਾਲ ਭੁੱਲਰ ਅਤੇ ਜਸਪ੍ਰੀਤ ਜੱਸੀ ਦਾ, ਤਾਂ ਇਸ ਤੋਂ ਬਾਅਦ ਬਹੁਤ ਵੱਡੇ ਸਵਾਲ ਖੜੇ ਹੋਏ ਨੇ ਕਿ ਜਿਹੜਾ ਗੈਂਗਸਟਰਵਾਦ ਹੈ, ਗੈਂਗਸਟਰ ਕਲਚਰ ਹੈ, ਇਹ ਕਿਉਂ ਨਹੀਂ ਖਤਮ ਹੋ ਰਿਹਾ, ਕਿਉਂ ਨੌਜਵਾਨੀ ਇਸ ਮੌਤ ਦੇ ਰਸਤੇ ਤੇ ਪੈ ਰਹੀ ਹੈ। ਥੋੜੀ ਦੇਰ ਦੇ ਲਈ ਚਕਾਚੌਂਧ ਦੀ ਇਸ ਦੁਨੀਆ ਦੇ ਵੱਲ ਨੌਜਵਾਨ ਕਿਉਂ ਖਿੱਚੇ ਚਲੇ ਜਾਂਦੇ ਨੇ, ਸਰਕਾਰਾਂ ਦਾ ਕੀ ਰੋਲ ਰਹਿ ਸਕਦਾ, ਪੋਲੀਟੀਕਲ ਪਾਰਟੀਆਂ ਦਾ ਕੀ ਸਟੈਂਡ ਰਹਿ ਸਕਦਾ ਹੈ, ਤੇ ਸਾਡੇ ਨਾਲ ਪੂਰਾ ਪੈਨਲ ਮੌਜੂਦ ਹੈ, ਸਮਾਜ ਦਾ ਕੀ ਰੋਲ ਹੈ, ਤੇ ਇਹਦੇ ਉੱਤੇ ਗੱਲਬਾਤ ਕਰਾਂਗੇ। ਸਾਡੇ ਨਾਲ ਮੌਜੂਦ ਰਹਿਣਗੇ, ਤੁਹਾਡਾ ਤਾਰੁਫ ਕਰਾ ਦਿੰਦੇ ਆ। ਸਾਡੇ ਨਾਲ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ, ਸ਼੍ਰੋਮਣੀ ਅਕਾਲੀ ਦਲ ਦੇ ਉੱਘੇ ਆਗੂ ਨੇ, ਇਸ ਤੋਂ ਇਲਾਵਾ ਜਿਹੜੇ ਹਲਕਾ ਇੰਚਾਰਜ ਨੇ ਅਮਲੋਹ ਦੇ, ਤੇ ਨਾਲ ਮੌਜੂਦ ਰਹਿਣਗੇ ਸਾਡੇ ਸਤੀਸ਼ ਮਲਹੋਤਰਾ ਮੌਜੂਦ ਰਹਿਣਗੇ, ਸਾਬਕਾ ADCP ਨੇ ਪੰਜਾਬ ਪੁਲਿਸ ਦੇ, ਤੇ ਇਸ ਤੋਂ ਇਲਾਵਾ ਸਾਡੇ ਨਾਲ प्रणव धवन मौजूद रहणगे, पंजाब कांग्रेस के स्पोक्सपर्सन भी ने, नौजवान आगू ने। तमाम मेहमानों का स्वागत है जी। तो बिल्कुल सब तो पहला सवाल सतीश मल्होत्रा जी तो लै लैंदे। मल्होत्रा साहब, तुसीं तां डिपार्टमेंट दे विच रहे हो, एक सिखरले अहुदे ते रहे हो, ये जिहड़े नौजवान इस दुनिया दे वल खिच्चे चले जांदे ने, जिहड़ी चकाचौंध खिच लैंदी है, ਤਾਂ ਇਹਨਾਂ ਨੂੰ ਸ਼ੁਰੂਆਤੀ ਦੌਰ ਦੇ ਵਿੱਚ ਹੀ ਕਿਉਂ ਨਹੀਂ ਸਨੱਪ ਕਰ ਲਿਆ ਜਾਂਦਾ? ਕਿਉਂ ਜਿਹੜੇ ਇਹ ਗੈਂਗਸਟਰ ਦੇ ਇੰਨੇ ਵੱਡੇ ਹੋ ਜਾਂਦੇ ਨੇ ਕਿ ਆਖਰ ਕਹਾਣੀ ਹੈ ਜਿਹੜੀ ਉਹ ਐਨਕਾਊਂਟਰ ਤੇ ਆ ਕੇ ਮੁੱਕਦੀ ਹੈ? ਮੇਰਾ ਜਿਹੜਾ ਪਹਿਲਾ ਜਵਾਬ ਹੈ ਉਹ ਇਹ ਹੈ, ਜਿਹੜਾ ਲਫ਼ਜ਼ ਹੈ ਗੈਂਗਸਟਰ, ਪਹਿਲਾ ਲਫ਼ਜ਼ ਤਾਂ ਗੈਂਗਸਟਰ ਜਿਹੜਾ ਹੈ ਲਫ਼ਜ਼ ਇੰਡੀਆ ਭਾਰਤ ਦਾ ਲਫ਼ਜ਼ ਨਹੀਂ ਹੈ, ਇਹ ਯੂਰਪੀਅਨ ਕੰਟਰੀ ਦਾ ਲਫ਼ਜ਼ ਹੈ, ਸਾਡਾ ਕੋਈ ਲਫ਼ਜ਼ ਨਹੀਂ। ਕਿਉਂਕਿ ਨਾਂ ਹੀ ਗੈਂਗਸਟਰ ਐਸਾ ਜਿਹੜਾ ਬੱਚਿਆਂ ਨੂੰ ਜਿਹੜੇ ਉੱਭਰਦੇ ਨੇ ਉਹਨਾਂ ਨੂੰ ਇਹ ਖਿੱਚਦਾ ਆਪਣੇ ਵੱਲ। ਇਹਦੇ ਵਿੱਚ ਜੇ ਅਗਰ ਪ੍ਰਿੰਟ ਮੀਡੀਆ, ਇਲੈਕਟ੍ਰੋਨਿਕ ਮੀਡੀਆ, ਪੁਲਿਸ ਆਪਣਾ ਰੋਲ ਅਦਾ ਕਰੇ, ਜੋ ਇਹਨਾਂ ਦਾ ਅਸਲ ਰੈਂਕ ਹੈ, ਜੋ ਅਸਲ ਰੁਤਬਾ, ਜੋ ਪੁਲਿਸ ਦੇ ਵਿੱਚ ਇਹਨਾਂ ਨੂੰ ਬਦਮਾਸ਼ ਦੱਸਿਆ ਗਿਆ, ਸਿਰਫ ਉਹੀ ਲਫ਼ਜ਼ ਇਹਨਾਂ ਲਈ ਹੋਣਾ ਚਾਹੀਦਾ। ਜਦੋਂ ਵੈਨ ਵੀ ਯੂਜ਼ ਗੈਂਗਸਟਰ ਲਫ਼ਜ਼, ਕਿਤੇ ਨਾ ਕਿਤੇ ਪਹਿਲੀ ਗੱਲ ਅੱਛਾ, ਤੁਹਾਨੂੰ ਲੱਗਦਾ ਕਿ ਜਿਹੜਾ ਗੈਂਗਸਟਰ ਵਰਡ ਹੈ ਇਹੀ ਬਹੁਤ ਗਲੋਰੀਫਾਈ ਕਰਦਾ, ਤਾਂ ਇਹ ਵੀ ਇੱਕ ਟਰਮ ਹੀ ਗਲਤ ਹੈ? ਸਭ ਤੋਂ ਵੱਡੀ ਗੱਲ, ਸਭ ਤੋਂ ਨੰਬਰ 2 ਆ ਜੋ ਕੋਈ ਵੀ ਬੱਚਾ, ਕੋਈ ਵੀ ਪਰਿਵਾਰ ਨਹੀਂ ਚਾਹੁੰਦਾ ਵੀ ਮੇਰਾ ਬੱਚਾ ਇਸ ਲਾਈਨ ਦੇ ਵਿੱਚ ਜਾਵੇ, ਕੋਈ ਵੀ ਬੱਚਾ ਜਿਹੜਾ ਸਟਾਰਟਿੰਗ ਦੇ ਵਿੱਚ ਨਹੀਂ ਚਾਹੁੰਦਾ। ਬਟ ਇਹਦੇ ਵਿੱਚ ਸਾਡੇ ਜਿਹੜੇ ਚੰਦ ਲੋਕ ਨੇ, ਚੰਦ ਜਿਹੜੇ ਅਸਰ ਰਸੂਖ ਵਾਲੇ, ਚੰਦ ਐਸੇ ਪੋਲੀਟੀਕਲ ਬੰਦੇ ਜਿਹੜੇ ਆਪਣੇ ਮਫਾਜ ਦੇ ਲਈ, ਆਪਣੇ ਫਾਇਦੇ ਦੇ ਲਈ ਇਹਨਾਂ ਨੂੰ ਇਸਤੇਮਾਲ ਕਰਦੇ, ਉਹ ਉਹਨਾਂ ਨੂੰ ਝੂਠੀ ਸ਼ੋਹਰਤ, ਗੱਡੀਆਂ ਦੇ ਵਿੱਚ ਜਾ ਰਹੇ ਨੇ, ਅਗਰ ਲਾਲਚ ਦਿੱਤਾ ਹੈ, ਝੂਠੀ ਸ਼ੋਹਰਤ ਹੈ, ਪੈਸੇ ਦਾ ਲਾਲਚ ਹੈ। ਅਗਰ ਕੋਈ ਛੋਟਾ ਮੋਟਾ ਕੋਈ ਝਗੜਾ ਹੋ ਗਿਆ ਤਾਂ ਉਹਨੂੰ ਥਾਣੇ ਦੇ ਵਿੱਚੋਂ ਛਡਾ ਕੇ ਆਪ ਥਾਪੀ ਦੇ ਕੇ ਲਿਆਉਣਾ, ਇਹ ਜਿਹੜੀ ਝੂਠੀ ਸ਼ੋਹਰਤ ਦੇ ਵਿੱਚ ਬੱਚੇ ਜਿਹੜੇ ਫਸ ਜਾਂਦੇ ਨੇ ਨਾ, ਇਹ ਛੋਟੀਆਂ ਲੜਾਈਆਂ ਦੇ ਵਿੱਚ ਉਹਨਾਂ ਨੂੰ ਸਨੱਪ ਨਾ ਕਰਨਾ, ਉਹਨਾਂ ਨੂੰ ਸ਼ਹਿ ਦੇਣੀ, ਇਹ ਹੌਲੀ ਇਹ ਬਾਅਦ ਦੇ ਵਿੱਚ ਉਹਦਾ ਰੂਪ ਧਾਰਨ ਕਰਦੇ ਨੇ, ਜਿਨ੍ਹਾਂ ਨੂੰ ਆਪਾਂ ਬਾਅਦ ਦੇ ਵਿੱਚ ਗੈਂਗਸਟਰ ਕਹਿੰਦੇ ਹਾਂ। ਤੀਸਰੀ ਗੱਲ, ਮੈਂ ਜਿਹੜੀ ਗੱਲ ਤੁਸੀਂ ਪਹਿਲਾਂ ਕਹੀ ਆ, ਮੈਂ ਉਹਦੇ ਨਾਲ ਬਿਲਕੁਲ ਪੂਰਾ ਇਤਫਾਕ ਕਰਦਾ। ਉਹਦੇ ਨਾਲ ਹਰ ਗੈਂਗਸਟਰ ਦਾ ਜਿਹੜਾ ਐਂਡ ਹੈ, ਹਰ ਉਸ ਬਦਮਾਸ਼ ਦਾ ਜਿਹੜਾ ਐਂਡ ਹੈ, ਉਹ ਮੌਤ ਹੈ। ਇਹ ਗੱਲ ਅਗਰ ਇਹਨਾਂ ਨੂੰ ਇਹ ਸਮਝ ਆ ਜਾਵੇ, ਜਾਂ ਅਸੀਂ ਸਮਝਾਉਣ ਦੇ ਵਿੱਚ ਸਮਾਜ ਜਾਂ ਪੁਲਿਸ ਜਾਂ ਸਾਡੇ ਬਾਕੀ ਜਿਹੜੀਆਂ NGOs ਨੇ ਦੱਸਣ ਤੇ ਕਾਮਯਾਬ ਦੱਸਣ, ਚਾਹੇ ਉਹ ਸਕੂਲ ਹੋਵੇ, ਚਾਹੇ NGOs ਹੋਵੇ, ਜਿਹਨਾਂ ਦੱਸਣ ਵੀ ਇਹਦਾ ਜਿਹੜਾ ਅੰਤ ਹੈ ਉਹ ਬਾਅਦ ਦੇ ਵਿੱਚ ਮਾਂ-ਬਾਪ ਨੂੰ ਬਹੁਤ ਤਕਲੀਫ ਦਿੰਦਾ। ਅੱਜ ਤੁਸੀਂ ਭੁੱਲਰ ਉਹਦੇ ਜੈਪਾਲ ਦੇ ਅੱਜ ਫਾਦਰ ਦੀ ਉਹ ਹੈ ਉਹਦੀ ਇੰਟਰਵਿਊ ਕਰਨ, ਸੋ ਕਿਤੇ ਨਾ ਕਿਤੇ ਮਾਂ-ਬਾਪ ਨੂੰ ਤਾਂ ਬਹੁਤ ਵੱਡੀ ਚਲੋ ਠੀਕ ਹੈ ਮਲਹੋਤਰਾ ਸਾਹਿਬ, ਤੁਹਾਡੇ ਕੋਲ ਵਾਪਸ ਤੁਹਾਡਾ ਕਮੈਂਟ ਲਵਾਂਗੇ। ਸਾਡੇ ਨਾਲ ਹੋਰ ਵੀ ਮਹਿਮਾਨ ਨੇ, ਉਹਨਾਂ ਤੋਂ ਵੀ ਲੈ ਲਈਏ। ਗੁਰਪ੍ਰੀਤ ਸਿੰਘ ਰਾਜੂ ਖੰਨਾ ਵੀ ਨੇ, ਉਹਨਾਂ ਤੋਂ ਇੱਕ ਕਮੈਂਟ ਲੈਣਾ ਚਾਹਾਂਗੇ। ਖੰਨਾ ਸਾਹਿਬ, ਤੁਸੀਂ ਵੀ ਨੌਜਵਾਨ ਆਗੂ ਹੋ, ਤੁਸੀਂ ਪੋਲੀਟੀਕਲ ਪਾਰਟੀ ਨਾਲ ਸੰਬੰਧ ਵੀ ਰੱਖਦੇ ਹੋ, ਤਾਂ ਤੁਹਾਡਾ ਕੀ ਸਟੈਂਡ ਹੈ? ਜਿਵੇਂ ਹੁਣੇ ਮਲਹੋਤਰਾ ਸਾਹਿਬ ਨੇ ਕਿਹਾ ਕਿ ਪੋਲੀਟੀਕਲ ਪਾਰਟੀਆਂ ਕਹਿੰਦੇ ਵਰਤ ਲੈਂਦੀਆਂ ਨੇ, ਹਾਲਾਂਕਿ ਆਪਾਂ ਬਿਲਕੁਲ ਨੌਨ ਪੋਲੀਟੀਕਲ ਗੱਲ ਕਰਨੀ ਆ, ਪਰ ਇਸ ਤਰ੍ਹਾਂ ਦੇ ਆਰੋਪ ਅਕਸਰ ਲੱਗਦੇ ਰਹਿੰਦੇ ਨੇ, ਤੁਸੀਂ ਇਹਨੂੰ ਕਿਵੇਂ ਦੇਖਦੇ ਹੋ? ਕਹਿੰਦੇ ਕਿ ਸ਼ੁਰੂਆਤੀ ਦੌਰ ਦੇ ਵਿੱਚ ਕਈ ਇੱਦਾਂ ਦੀਆਂ ਚੀਜ਼ਾਂ ਸਾਹਮਣੇ ਆਉਂਦੀਆਂ ਨੇ ਕਿ ਜਿਹੜੇ ਗੈਂਗਸਟਰ ਹੁੰਦੇ ਨੇ ਮੁੰਡੇ, ਜਦੋਂ ਕਾਲਜਾਂ 'ਚੋਂ ਉੱਠਦੇ ਨੇ ਤਾਂ ਉਹਨਾਂ ਨੂੰ ਜਿਹੜੇ ਪੋਲੀਟੀਕਲ ਲੋਕਾਂ ਦੀ ਸ਼ਹਿ ਹੋ ਜਾਂਦੀ ਹੈ, ਉਹ ਇੱਕ ਦੋ ਵਾਰੀ ਛੁੱਟ ਜਾਂਦੇ ਨੇ, ਅੱਗੇ ਦੀ ਅੱਗੇ ਵਧੀ ਜਾਂਦੇ ਨੇ। देखो ਬੇਦੀ ਸਾਹਿਬ, ਗੱਲ ਇਹ ਹੈ, ਬਲਪੁਰੇ ਦੀ ਗੱਲ ਜੇ ਕਹੀ ਹੈ ਵੀ ਪੋਲੀਟੀਕਲ ਲੋਕਾਂ ਦਾ ਸ਼ਹਿ ਹੋ ਜਾਂਦੀ ਹੈ, ਤੇ ਕੋਈ ਸ਼ਹਿ ਕੋਈ ਨਹੀਂ ਦਿੰਦਾ ਹੈਗਾ। ਉਹ ਜਿਹੜਾ ਗੈਂਗਸਟਰ ਕਲਚਰ ਆ, ਇਹਨੂੰ ਤੁਹਾਨੂੰ ਸਟਾਰਟ ਤੋਂ ਦੇਖਣਾ ਪੈਣਾ ਵੀ ਇਹਦਾ ਕਾਰਨ ਕੀ ਆ। ਇਹਦਾ ਕਾਰਨ, ਸਭ ਤੋਂ ਵੱਡਾ ਕਾਰਨ ਤਾਂ ਮੈਂ ਸਮਝਦਾ ਕਿ ਅੱਜ ਪੰਜਾਬ ਦੇ ਵਿੱਚ
ਜਿਹੜਾ ਗੈਂਗਸਟਰ ਨੂੰ ਇੱਕ ਹੀਰੋ ਦੇ ਤੌਰ ਤੇ ਦੇਖਿਆ ਜਾ ਰਿਹਾ। ਲੋਕ ਮੰਨਦੇ ਨੇ, ਛੋਟੇ ਬੱਚੇ ਦੇਖਦੇ ਨੇ, ਕੋਈ ਗਾਣੇ ਦੇ ਫਿਰ ਦੇਖੋ ਪੰਜਾਬੀ ਗਾਣੇ ਖਾਸ ਕਰਕੇ ਉਹਨਾਂ ਦੇ ਵਿੱਚ ਕਿਸ ਤਰ੍ਹਾਂ ਜਿਹੜੇ ਸਿੰਗਰ ਨੇ ਉਹ ਗੈਂਗਸਟਰਾਂ ਨੂੰ, ਗੁੰਡਾਗਰਦੀ ਨੂੰ, ਅਸਲੇ ਨੂੰ ਦਿਖਾਉਂਦੇ ਨੇ। ਤੇ ਮੈਂ ਸਮਝਦਾ ਇਸ ਕਰਕੇ ਇਹ ਜਿਹੜੀ ਸ਼ੁਰੂਆਤ ਆ ਇਹਨਾਂ ਜਿਹੜੇ ਭੜਕੀਲੇ ਗਾਣੇ ਨੇ, ਹਥਿਆਰਾਂ ਵਾਲੇ ਗਾਣੇ ਨੇ, ਜਾਂ ਸਾਡਾ ਕਲਚਰ ਦੇ ਵਿੱਚ ਇਹ ਜਿਹੇ ਲੋਕਾਂ ਦੇ ਹੀਰੋ ਬਣ ਰਹੇ, ਉਹਨਾਂ ਨੂੰ ਰੋਕਣਾ ਚਾਹੀਦਾ। ਬਿਲਕੁਲ ਹੋ ਸਕਦਾ ਕੋਈ ਪੋਲੀਟੀਕਲ ਬੰਦੇ ਇਸ ਗੱਲ ਨੂੰ ਸ਼ਹਿ ਦਿੰਦੇ ਹੋਣ, ਪਰ ਇਹ ਸ਼ਹਿ ਬਿਲਕੁਲ ਗਲਤ ਗੱਲ ਆ। ਸ਼ਹਿ ਨਹੀਂ ਕਿਸੇ ਨੂੰ ਦੇਣੀ ਚਾਹੀਦੀ। ਇਹ ਪੰਜਾਬ ਦੇ ਨੌਜਵਾਨ ਨੇ, ਜਿਹੜੇ ਪੁਰਾਣੇ ਸਾਰੇ ਗੈਂਗਸਟਰ ਨੇ, ਇਹ ਸਾਰੇ ਸਪੋਰਟ ਦਾ ਸੰਬੰਧ ਰੱਖਦੇ ਨੇ। ਇਹ ਇਸ ਕਰਕੇ ਮੈਂ ਸਮਝਦਾ ਕਿ ਸਰਕਾਰਾਂ ਦੇ, ਚਾਹੇ ਕੋਈ ਸਰਕਾਰ ਆ, ਪੋਲੀਟੀਕਲ ਪਾਰਟੀ ਕੁਛ ਵੀ ਆ, ਉਹਨਾਂ ਨੂੰ ਚਾਹੀਦਾ ਕਿ ਨੌਜਵਾਨਾਂ ਨੂੰ ਵਧੀਆ ਰੁਜ਼ਗਾਰ ਦੇ ਸਾਧਨ ਮੁਹੱਈਆ ਕਰਾਉਣੇ ਚਾਹੀਦੇ ਨੇ, ਰੁਜ਼ਗਾਰ ਦੇਣਾ ਚਾਹੀਦਾ, ਸਪੋਰਟਸ ਵਾਲੇ ਪਾਸੇ ਜੋੜਨਾ ਚਾਹੀਦਾ। ਨੌਜਵਾਨਾਂ ਦਾ ਬਿਲਕੁਲ ਖੰਨਾ ਸਾਹਿਬ, ਤੁਸੀਂ ਜਿਵੇਂ ਗੱਲ ਕੀਤੀ ਹੈਗੀ ਹੈ ਕਿ ਸਪੋਰਟਸ ਪਰਸਨ ਨੇ, ਤਾਂ ਬਿਲਕੁਲ ਸਹੀ ਗੱਲ ਹੈ। ਜੇ ਗੱਲ ਜੈਪਰ ਭੁੱਲਰ ਤੇ ਸ਼ੇਰਾ ਖੁੱਪਣ ਦੀ ਕਰੀਏ, ਸ਼ਾਰਟ ਪੁੱਟ ਤੇ ਹੈਮਰ ਥਰੋ ਦੇ ਬਹੁਤ ਵਧੀਆ ਮੁੰਡੇ ਚੈਂਪੀਅਨ ਰਹੇ ਨੇ। ਅੱਛਾ, ਇੱਕ ਬੜਾ ਬਰੀਫ ਜਿਹਾ ਆਨਸਰ ਦਿਓ, ਤੁਹਾਨੂੰ ਲੱਗਦਾ ਕਿ ਜਿਹੜੇ ਇਹ ਸਪੋਰਟਸ ਪਰਸਨ ਹੁੰਦੇ ਨੇ, ਇੱਕ એનર્ਜੀ ਬਹੁਤ ਹੁੰਦੀ ਹੈ ਮੁੰਡਿਆਂ ਦੇ ਵਿੱਚ, ਇੱਕ ਰਣਨੀਤੀਕਾਰ ਵੀ ਹੁੰਦੇ ਨੇ, ਕਿਉਂਕਿ ਸਪੋਰਟਸ ਪਰਸਨ ਆਪਣੇ ਆਪ ਦੇ ਵਿੱਚ ਇੱਕ ਰਣਨੀਤੀ ਨਾਲ ਤਾਂ ਦੇਖੋ ਚੱਲਦਾ ਹੀ ਹੈ ਨਾ, ਤਾਂ ਇਹਨਾਂ ਨੂੰ ਜਦੋਂ ਨੌਕਰੀਆਂ ਨਹੀਂ ਮਿਲਦੀਆਂ ਉਸ ਪੱਧਰ ਦੇ ਉੱਤੇ, ਇਹ ਚੀਜ਼ਾਂ ਆਪਣੇ ਆਪ ਨੂੰ ਨਹੀਂ ਲਿਜਾ ਪਾਉਂਦੇ, ਇਹਨਾਂ ਦੀ ਮਿਹਨਤ ਦਾ ਮੁੱਲ ਨਹੀਂ ਮੁੜਦਾ, ਤਾਂ ਲੱਗਦਾ ਕਿ ਇਹ ਵੀ ਕਾਰਨ ਜ਼ਿੰਮੇਦਾਰ ਬਣ ਜਾਂਦੇ ਨੇ ਕਿਤੇ, ਕਿ ਜਿਵੇਂ ਫਰਸਟ੍ਰੇਸ਼ਨ ਦਾ ਇੱਕ ਲੈਵਲ ਆ ਜਾਂਦਾ। ਦੇਖੋ ਬਿਲਕੁਲ ਠੀਕ ਗੱਲ ਹੈ। ਜਿਹੜੇ ਨੌਜਵਾਨ ਨੇ, ਉਹ ਜਿਹੜੇ ਸਪੋਰਟਸਮੈਨ ਨੇ, ਮੈਂ ਵੀ ਸਪੋਰਟਸਮੈਨ ਰਿਹਾ, ਜਿਹੜੇ ਸਪੋਰਟਸਮੈਨ ਨੇ ਉਹਨਾਂ ਦੇ ਵਿੱਚ એનર્ਜੀ ਲੈਵਲ ਆਉਣ ਨਾਲ ਵੱਧ ਹੁੰਦਾ। ਤੇ ਇਹ ਜੇ ਉਹ એનર્ਜੀ ਲੈਵਲ ਸਹੀ ਜਗ੍ਹਾ ਲੱਗੇ ਤਾਂ ਮੈਂ ਸਮਝਦਾ ਕਿ ਉਹਦੇ ਵਿੱਚ ਉਹ ਇੱਕ ਚੰਗੀ ਸਪੋਰਟਸ ਦੀ ਮੈਡਲ ਲੈ ਕੇ ਆ ਸਕਦੇ, ਚੰਗੀ ਪਰਫਾਰਮੈਂਸ ਦੇ ਸਕਦੇ ਨੇ। ਦੂਜੀ ਗੱਲ, ਇਹ ਨੌਕਰੀਆਂ ਦੇਖੋ ਰੁਜ਼ਗਾਰ ਦੇ ਸਾਧਨ ਹੋਣੇ ਚਾਹੀਦੇ। ਹਰ ਇੱਕ ਸਪੋਰਟਸਮੈਨ ਇੰਟਰਨੈਸ਼ਨਲ ਲੈਵਲ ਤੇ ਨਹੀਂ ਜਾ ਸਕਦਾ, ਕੋਈ ਨੈਸ਼ਨਲ ਲੈਵਲ ਤੇ ਨਹੀਂ ਜਾ ਸਕਦਾ। ਉਹਦੇ ਨੌਕਰੀਆਂ ਦਾ, ਉਹਨੂੰ ਨੌਕਰੀਆਂ ਮਿਲਣੀਆਂ ਚਾਹੀਦੀਆਂ, ਮੈਰਿਟ ਦੇ ਆਧਾਰ ਤੇ ਨੌਕਰੀਆਂ ਹੋਣੀਆਂ ਚਾਹੀਦੀਆਂ ਨੇ। ਸੋ ਜਿਵੇਂ ਮੈਂ ਗੱਲ ਕਰਦਾ, ਮੈਂ ਕੋਈ ਪੋਲੀਟੀਕਲ ਗੱਲ ਨਹੀਂ ਕਰ ਰਿਹਾ, ਮੈਂ ਤਾਂ ਗੱਲ ਕਰਨਾ ਚਾਹੁੰਦਾ ਜਿਵੇਂ ਨੌਕਰੀਆਂ ਦੀ ਗੱਲ ਕਰੀ ਜਾਵੇ। ਅਸੀਂ ਤਕਰੀਬਨ 10 ਸਾਲ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਰਹੀ ਹੈ। 10 ਸਾਲ ਦੇ ਵਿੱਚ ਲੱਖਾਂ ਨੌਜਵਾਨਾਂ ਨੂੰ ਨੌਕਰੀਆਂ ਮਿਲੀਆਂ। ਕੋਈ ਡੀਐਸਪੀ ਸਿਲੈਕਟ ਹੋ, ਕੋਈ ਇੰਸਪੈਕਟਰ ਸਿਲੈਕਟ ਹੋਵੇ, ਕੋਈ ਬੀਐਡ ਟੀਚਰ ਭਰਤੀ ਹੋਏ, ਕੋਈ ਕਲੈਰੀਕਲ ਜੌਬ ਦੇ ਭਰਤੀ ਹੋਏ। ਆਪਾਂ ਨੂੰ ਰੁਜ਼ਗਾਰ ਦੇਣਾ ਜ਼ਰੂਰ ਚਾਹੀਦਾ। ਜਿਸ ਲੈਵਲ ਦੇ ਪਲੇਅਰ ਨੇ, ਜਿਸ ਲੈਵਲ ਦੇ ਬੱਚਿਆਂ ਦੀ ਪੜ੍ਹਾਈ ਆ, ਕੰਪੀਟੀਸ਼ਨ ਕਰਕੇ ਅੱਗੇ ਆਉਂਦੇ ਨੇ, ਤਾਂ ਰੁਜ਼ਗਾਰ ਦੇ ਸਾਧਨ ਮੁਹੱਈਆ ਕਰਾਉਣੇ ਚਾਹੀਦੇ ਨੇ। ਇਹ ਬਹੁਤ ਜ਼ਰੂਰੀ ਹੈ। ਠੀਕ ਹੈ। ਪ੍ਰਣਵ ਧਵਨ ਜੀ ਵੀ ਨਾਲ ਨੇ ਸਾਡੇ। ਪ੍ਰਣਵ, ਤੁਸੀਂ ਵੀ ਨੌਜਵਾਨ ਹੋ, ਆਗੂ ਹੋ, ਤੁਸੀਂ ਸਪੋਕਸ ਪਰਸਨ ਵੀ ਹੋ ਕਾਂਗਰਸ ਦੇ, ਤਾਂ ਇਹ ਗੱਲ ਅਕਸਰ ਕਹੀ ਜਾਂਦੀ ਹੈ ਕਿ ਜਦੋਂ ਨੌਕਰੀਆਂ ਨਹੀਂ ਮਿਲਦੀਆਂ, ਜਿਹੜਾ ਸਮਾਜ 'ਚ ਇੱਕ ਤਾਣਾ ਬਾਣਾ ਇਸ ਤਰ੍ਹਾਂ ਦਾ ਬਣ ਗਿਆ, ਤਾਂ ਨੌਜਵਾਨ ਗੈਂਗਸਟਰਵਾਦ ਦੇ ਵੱਲ ਚਲੇ ਜਾਂਦੇ ਨੇ। ਜਿਵੇਂ ਹੁਣੇ ਰਾਜੂ ਖੰਨਾ ਜੀ ਉਹਨਾਂ ਦੇ ਵੱਲੋਂ ਗੱਲ ਕੀਤੀ ਗਈ, ਹਥਿਆਰਾਂ ਨੂੰ ਗਲੋਰੀਫਾਈ ਕਰਦੇ ਗੀਤ ਵੀ ਇੱਕ ਤਰ੍ਹਾਂ ਦਾ ਕਾਰਨ ਬਣਦੇ ਨੇ। ਤੁਸੀਂ ਇਹਨੂੰ ਕਿਵੇਂ ਦੇਖਦੇ ਹੋ? ਕੱਲ ਜਿਹੜਾ ਐਨਕਾਊਂਟਰ ਹੋਇਆ, ਤੁਹਾਨੂੰ ਲੱਗਦਾ ਕਿ ਗੈਂਗਸਟਰ ਜੇ ਮੁੱਖ ਧਾਰਾ ਦੇ ਵਿੱਚ ਮੁੜਨਾ ਚਾਹਵੇ, ਉਹਦੇ ਲਈ ਬਦਲ ਹੀ ਕੋਈ ਨਹੀਂ ਹੈ, ਕੱਲਾ ਐਨਕਾਊਂਟਰ ਹੀ ਹੈ, ਉਸ ਤੋਂ ਬਾਅਦ ਉਹਦਾ ਕੋਈ ਹੋਰ ਰਾਹ ਹੀ ਨਹੀਂ ਹੈ ਗੈਂਗਸਟਰਵਾਦ ਨੂੰ ਖਤਮ ਕਰਨ ਦੇ ਲਈ? ਗਗਨ ਜੀ, ਤੁਸੀਂ ਬੜਾ ਹੀ ਸੰਵੇਦਨਸ਼ੀਲ ਮੁੱਦਾ ਜਿਹਦੇ ਤੇ ਅੱਜ ਅਸੀਂ ਗੱਲ ਕਰ ਰਹੇ ਹਾਂ, ਕਿਉਂਕਿ ਗੈਂਗਸਟਰ ਕੌਣ ਹੈ? ਇੱਕ ਨੌਜਵਾਨ ਜਿਹੜਾ ਦੇਸ਼ ਦੀ ਰੀੜ੍ਹ ਦੀ ਹੱਡੀ ਹੈ, ਔਰ ਕਿਸ ਤਰ੍ਹਾਂ ਦਾ ਸ਼ਬਦ ਜੋੜ ਦਿੱਤਾ ਜਾਂਦਾ ਉਹਦੇ ਨਾਲ, ਗੈਂਗਸਟਰ। ਮੈਂ ਮਲਹੋਤਰਾ ਸਾਹਿਬ ਦੀ ਗੱਲ ਨਾਲ ਬਿਲਕੁਲ ਸਹਿਮਤ ਹਾਂ ਕਿ ਕੁਝ ਨੌਜਵਾਨ ਤੇ ਸ਼ੋਹਰਤ ਦੀ ਲਾਲਸਾ ਵਿੱਚ, ਮੈਂ ਗੱਲ ਕਰਾਂ, ਜਾਂ ਪੈਸੇ ਦੀ ਲਾਲਸਾ ਵਿੱਚ ਇਸ ਧੰਦੇ ਨੂੰ ਅਪਣਾ ਲੈਂਦੇ ਨੇ, ਲੇਕਿਨ ਉਹਦਾ ਅਖੀਰ ਐਂਡ ਕੀ ਹੈ? ਉਹ ਹੈ ਸਿਰਫ ਉਹਦੀ ਮੌਤ। ਕਿਉਂਕਿ ਗੈਂਗਸਟਰ ਇੱਕ ਇਹੋ ਜਿਹੀ ਲਾਈਨ ਹੈ ਜਿੱਥੇ ਇਨਸਾਨ ਪਹਿਲਾਂ ਤੇ ਉਹਦੇ ਵਿੱਚ ਚੱਲ ਜਾਂਦਾ ਹੈ, ਪਰ ਬਾਅਦ ਚ ਦੇਖਦਾ ਹੈ ਕਿ ਇਹਦੇ ਵਿੱਚ ਕੁਝ ਹੈ ਨਹੀਂ, ਸਿਰਫ ਔਰ ਸਿਰਫ ਉਸਦੀ ਬਦਨਾਮੀ, ਉਸਦੇ ਪਰਿਵਾਰ ਦੀ ਬਦਨਾਮੀ, ਜਾਂ ਮਾਂ ਪਿਓ ਵਿਚਾਰੇ ਜਿਹੜੇ ਉਸ ਤੋਂ ਬਾਅਦ ਉਹਨਾਂ ਲਈ ਰੋਣ ਵਾਸਤੇ ਰਹਿ ਜਾਂਦੇ ਨੇ। ਮੈਂ ਸਮਝਦਾ ਕਿ ਕਈ ਚੀਜ਼ਾਂ ਨੇ ਇਹਦੇ ਵਿੱਚ ਜਿਹੜੀਆਂ ਅੱਜ ਨੌਜਵਾਨ ਨੂੰ ਇਸ ਪ੍ਰਤੀ ਖਿੱਚ ਰਹੀਆਂ ਨੇ। ਇੱਕ ਰਾਜੂ ਖੰਨਾ ਜੀ ਨੇ ਬਿਲਕੁਲ ਸਹੀ ਗੱਲ ਕਹੀ ਕਿ ਕਿਤੇ ਇਹ ਵੀ ਹੁੰਦਾ ਹੈ ਕਿ ਕਦੀ ਜਿਹੜਾ ਅੱਜ ਕੱਲ ਦਾ ਯੂਥ ਹੈ, ਮੈਂ ਉਹਦੀ ਗੱਲ ਕਰਾਂ, ਜੇ ਕਈ ਸਹੀ ਤਰੀਕੇ ਨਾਲ ਜਿਨ੍ਹਾਂ ਨੇ ਵੱਡੀਆਂ ਡਿਗਰੀਆਂ ਕੀਤੀਆਂ ਹੁੰਦੀਆਂ, ਕਈਆਂ ਨੂੰ ਨੌਕਰੀਆਂ ਨਹੀਂ ਮਿਲਦੀਆਂ ਤੇ ਉਹ ਹਤਾਸ਼ ਵੀ ਹੋ ਜਾਂਦੇ ਨੇ। ਲੇਕਿਨ ਦੂਸਰੇ ਪਾਸੇ ਕਈ ਨਾ ਕਈ, ਅੱਜ ਤੁਸੀਂ ਗੱਲ ਸੁਣੋ, ਜਿਹੜੀ ਅੱਜ ਸਵੇਰੇ ਮੈਂ ਇੰਟਰਵਿਊ ਸੁਣ ਰਿਹਾ ਸੀ, ਜਿਹੜਾ ਜੈਪਾਲ ਭੁੱਲਰ ਸਾਹਿਬ ਦੇ ਪਿਤਾ ਜੀ ਦਾ ਸੀਗਾ, ਉਹਨਾਂ ਨੇ ਗੱਲ ਕਹੀ ਕਿ ਕੁਝ ਇਹਦੇ ਨਾਲ ਸਾਥੀ ਇਹੋ ਜਿਹੇ ਜੁੜ ਗਏ ਸੀਗੇ ਜਿਹੜੀ ਇਹਨੂੰ ਪੈਸੇ ਦੀ ਲਾਲਸਾ ਦਿੰਦੇ ਸੀਗੇ, ਪੈਸਾ ਕਮਾਉਣਾ ਚਾਹੁੰਦੇ ਸੀਗੇ, ਸ਼ਾਰਟਕਟ ਜਿਹੜਾ ਇੱਕ ਵੇ ਇਹਨਾਂ ਨੇ ਅਪਣਾਇਆ, ਉਹ ਗਲਤ ਹੈ। ਦੇਖੋ, ਅੱਜ ਦਾ ਜਿਹੜਾ ਟਾਈਮ ਹੈ, ਐਜੂਕੇਸ਼ਨ ਦਾ ਟਾਈਮ ਹੈ। ਅੱਜ ਨੌਜਵਾਨ ਪ੍ਰੇਰਿਤ ਐਜੂਕੇਸ਼ਨ ਲਈ ਹੋਣਾ ਚਾਹੀਦਾ ਹੈ, ਨਾ ਕਿ ਹਥਿਆਰ ਚੁੱਕਣ ਲਈ ਹੋਣਾ ਚਾਹੀਦਾ ਹੈ। ਸਭ ਤੋਂ ਜ਼ਰੂਰੀ ਮੁੱਦਾ ਇਹ ਹੈ। ਦੂਸਰਾ, ਜਿਹੜੇ ਨਸ਼ਿਆਂ ਦਾ ਖਾਤਮਾ ਹੈ, ਉਹ ਜ਼ਰੂਰ ਹੋਣਾ ਚਾਹੀਦਾ ਹੈ। ਅੱਜ ਸਾਡਾ ਜਿਹੜਾ ਨੌਜਵਾਨ ਹੈ, ਉਹ ਖੇਡਾਂ ਵੱਲ ਪ੍ਰਭਾਵਿਤ ਹੋਵੇ, ਨਾ ਕਿ ਹਥਿਆਰ ਚੁੱਕਣ ਲਈ ਪ੍ਰਭਾਵਿਤ ਹੋਵੇ। ਇੱਕ ਵਾਰ ਤੇ ਨੌਜਵਾਨ ਜਿਹੜੇ ਇਸ ਲਾਈਨ 'ਚ ਘੁਸ ਜਾਂਦੇ ਨੇ, ਉਹਨਾਂ ਨੂੰ ਪਹਿਲਾਂ ਤਾਂ ਸ਼ੌਹਰਤ ਚੰਗੀ ਲੱਗਦੀ ਹੈ, ਲੇਕਿਨ ਬਾਅਦ ਵਿੱਚ ਸਿਰਫ ਬੇਬਸੀ ਹੱਥ ਆਉਂਦੀ ਹੈ।
ਇਸ ਕਰਕੇ ਮੈਂ ਸਮਝਦਾ ਹਾਂ, ਔਰ ਕਿਉਂਕਿ ਸਾਡਾ ਜਿਹੜਾ ਦੇਸ਼ ਹੈ ਇਹਦੇ ਵਿੱਚ ਨੌਜਵਾਨ ਦਾ ਬਹੁਤ ਵੱਡਾ ਰੋਲ ਹੈ, ਔਰ ਨੌਜਵਾਨ ਹੀ ਅੱਗੇ ਆ ਕੇ ਇਸ ਦੇਸ਼ ਦਾ ਭਵਿੱਖ ਪ੍ਰਣਵ, ਬਣਦੇ। ਇੱਕ ਬਿਲਕੁਲ ਬਰੀਫ ਜਿਹਾ ਚਾਹਾਂਗੇ, ਸਰਕਾਰਾਂ ਦਾ ਰੋਲ ਕੀ ਮੰਨਦੇ ਹੋ? ਕਾਂਗਰਸ ਦੀ ਵੀ ਸਰਕਾਰ ਹੈ ਔਰ ਕੈਪਟਨ ਅਮਰਿੰਦਰ ਸਿੰਘ ਹੋਰੀ ਬਾਰ-ਬਾਰ ਇਸ ਚੀਜ਼ ਨੂੰ ਵੀ ਐਂਡੋਰਸ ਕਰ ਰਹੇ ਨੇ ਕਿ ਬਹੁਤ ਗੈਂਗਸਟਰ ਅਸੀਂ ਨੇ ਜਿਹੜੇ ਬੋਰਡ ਵੀ ਲੱਗੇ ਹੋਏ ਨੇ, ਕਿੰਨੇ ਹਜ਼ਾਰ ਗੈਂਗਸਟਰ ਕਿ ਅਸੀਂ ਜਿਹੜੇ ਉਹਨਾਂ ਨੂੰ ਖਤਮ ਕੀਤਾ, ਗੈਂਗਸਟਰਵਾਦ ਦੇ ਕਲਚਰ ਚੋਂ ਪੰਜਾਬ ਨੂੰ ਕੱਢ ਰਹੇ ਹਾਂ। ਪਰ ਬਿਲਕੁਲ ਅਖੀਰ ਆ ਗਿਆ ਸਰਕਾਰ ਦਾ, ਤਾਂ ਹੁਣ ਤੱਕ ਜਿਹੜਾ ਇਹ ਸਾਰਾ ਤਾਣਾ ਬਾਣਾ ਚੱਲੀ ਜਾਂਦਾ ਹੈ, ਤਾਂ ਲੱਗਦਾ ਕਿ ਕੋਈ ਹੋਰ ਵਿਕਲਪ ਵੀ ਹੋਣਾ ਚਾਹੀਦਾ ਕਿ ਜਿਹੜੇ ਮੁੰਡੇ ਗੈਂਗਸਟਰ ਨੇ ਉਹਨਾਂ ਨੂੰ ਸਹੀ ਪਾਸੇ ਲੈ ਕੇ ਆਇਆ ਜਾਵੇ, ਕਿਉਂਕਿ ਐਨਕਾਊਂਟਰ ਤਾਂ ਦੇਖੋ ਇੱਕ ਚੀਜ਼ ਹੈ ਹੀ ਹੈ, ਬੰਦੇ ਨੂੰ ਮਾਰ ਹੀ ਦਿੱਤਾ ਤਾਂ ਖਤਮ ਹੋ ਗਏ। ਬਿਲਕੁਲ, ਦੇਖੋ ਗਗਨ ਜੀ ਬਹੁਤ ਵਧੀਆ ਗੱਲ ਪੁੱਛੀ ਤੁਸੀਂ। ਉਹਦਾ ਜਵਾਬ ਇਹ ਹੈ, ਸਾਡੇ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਢਿੱਲੋਂ ਜੀ, ਜਦ ਤੋਂ ਉਹਨਾਂ ਨੇ ਇਹ ਕਮਾਨ ਸੰਭਾਲੀ ਹੈ ਪੰਜਾਬ ਯੂਥ ਕਾਂਗਰਸ ਦੀ, ਪਿਛਲੇ 2 ਮਹੀਨਾ ਪਹਿਲਾਂ ਵੀ ਉਹਨਾਂ ਨੇ ਸਿਰਫ ਗੈਂਗਸਟਰਾਂ ਨੂੰ ਪ੍ਰੇਰਿਤ ਕਰਨ ਲਈ ਵਾਪਿਸ ਆਉਣ ਦੀ ਅਪੀਲ ਕੀਤੀ, ਔਰ ਉਹਦੇ ਵਾਸਤੇ ਉਹਨਾਂ ਨੇ ਪ੍ਰੈਸ ਕਾਨਫਰੰਸਾਂ ਵੀ ਕੀਤੀਆਂ। ਜਿੱਥੋਂ ਤੱਕ ਸਾਡੇ ਮਾਨਯੋਗ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਦੀ ਗੱਲ ਦਾ ਸਵਾਲ ਹੈ, ਤਾਂ 46,000 ਗੈਂਗਸਟਰਾਂ ਨੂੰ ਅਸੀਂ ਠੱਲ ਪਾਈ ਹੈ, ਔਰ ਉਹਨਾਂ ਨੂੰ ਵਾਪਿਸ ਲਿਆਉਣ ਦਾ ਕੰਮ ਵੀ ਕਰ ਰਹੇ ਹਾਂ। ਨਸ਼ਾ ਛਡਾਊ ਕੇਂਦਰ ਵੀ ਖੋਲੇ ਗਏ, ਗੈਂਗਸਟਰਾਂ ਨੂੰ ਅਸੀਂ ਪ੍ਰੇਰਿਤ ਕਰਨ ਦਾ ਕੰਮ ਕਰ ਰਹੇ ਹਾਂ ਕਿ ਜਿਹੜੇ ਗੈਂਗਸਟਰ ਤੁਸੀਂ ਦੇਖੋ, ਇਹ ਜਸਪਾਲ ਭੁੱਲਰ ਕੌਣ ਸੀ? ਜਸਪਾਲ ਭੁੱਲਰ ਇੱਕ ਖਿਡਾਰੀ ਸੀ, ਤੇ ਖਿਡਾਰੀ ਤੋਂ ਗੈਂਗਸਟਰ ਬਣਨਾ ਬਹੁਤ ਮੰਦਭਾਗੀ ਗੱਲ ਹੈ। ਇਹਦੇ ਵਿੱਚ ਸਰਕਾਰਾਂ ਦਾ ਅਹਿਮ ਰੋਲ ਹੈ, ਔਰ ਮੈਨੂੰ ਇਹ ਕਹਿੰਦੇ ਕੋਈ ਗੁਰੇਜ਼ ਨਹੀਂ ਹੈ ਕਿ ਸੂਬਾ ਸਰਕਾਰ ਅੱਗੇ ਆ ਕੇ ਚਾਹੇ ਕੋਈ ਵੀ ਪਾਰਟੀ ਦੀ ਹੋਵੇ, ਗੈਂਗਸਟਰਾਂ ਨੂੰ ਹਟਾਵੇ ਔਰ ਸਾਡਾ ਚਲੋ ਬਿਲਕੁਲ ਵਾਪਸ ਮੁੱਖ ਧਾਰਾ ਦੇ ਵਿੱਚ ਲੈ ਕੇ ਆਵੇ। ਸਾਡੇ ਨਾਲ ਸਤੀਸ਼ ਮਲਹੋਤਰਾ ਜੀ ਵੀ ਨੇ। ਮੈਨੂੰ ਲੱਗਦਾ ਕਿ ਮਲਹੋਤਰਾ ਸਾਹਿਬ ਤੁਸੀਂ ਬਹੁਤ ਨੇੜਿਓਂ ਦੇਖਿਆ ਹੈ ਸਭ ਕੁਝ। ਰਾਜੂ ਖੰਨਾ ਜੀ ਹੋ ਗਏ, ਚਾਹੇ ਸਾਡੇ ਧਵਨ ਜੀ ਹੋ ਗਏ, ਇਹ ਅਸੀਂ ਜਾਂ ਮੈਂ ਅਸੀਂ ਉਸ ਲੈਵਲ ਦੇ ਉੱਤੇ ਨਹੀਂ ਇਹਨਾਂ ਲੋਕਾਂ ਨਾਲ ਵਿਚਰੇ, ਜਾਂ ਅਸੀਂ ਤਾਂ ਸੁਣਿਆ ਹੀ ਹੈ। ਤੁਸੀਂ ਮੈਨੂੰ ਲੱਗਦਾ ਕਿ ਇਹਨਾਂ ਨਾਲ ਵਿਚਰੇ ਵੀ, ਉਹ ਦੇਖਿਆ ਵੀ, ਇਹਨਾਂ ਦੀ ਸਾਈਕੀ ਵੀ ਸਮਝਦੇ ਹੋ। ਕਦੇ ਕੋਈ ਪਰਸਨਲ ਐਕਸਪੀਰੀਅੰਸ ਵੀ ਹੋਇਆ? ਇਹ ਲੋਕਾਂ ਦੀ ਸੋਚ ਕਿੱਦਾਂ ਦੀ ਹੋ ਜਾਂਦੀ ਹੈ, ਜਾਂ ਇਹ ਆਪ ਵਾਪਸ ਮੁੜਨਾ ਹੀ ਨਹੀਂ ਚਾਹੁੰਦੇ? ਬਹੁਤ ਜ਼ਿਆਦਾ ਐਕਸਪੀਰੀਅੰਸ ਹੈ, ਬੜੇ ਲੋਕਾਂ ਨੂੰ ਮਿਲੇ, ਔਰ ਮੇਰੀ ਇਹ ਫਿਤਰਤ ਰਹੀ ਆਪਣੀ ਨੌਕਰੀ ਦੇ ਵਿੱਚ। ਜਿਹੜਾ ਵੀ ਕੋਈ 21 ਸਾਲ ਤੋਂ ਘੱਟ ਉਮਰ ਦਾ ਬੱਚਾ ਜਿਹੜਾ ਵੀ ਮੇਰੇ ਕੋਲ ਐਸਐਚਓ ਰਹੇ, ਮੇਰਾ ਇੱਕ ਕਲੀਅਰ ਕੱਟ ਉਹਨਾਂ ਨੂੰ ਹੁੰਦਾ ਸੀ ਵੀ ਇਹਨੂੰ ਮੇਰੇ ਕੋਲ ਤੁਸੀਂ ਲੈ ਕੇ ਆਉਣਾ, ਔਰ ਹਰ ਬੱਚੇ ਨਾਲ ਮੈਂ 15 ਮਿੰਟ 20 ਮਿੰਟ ਅੱਧਾ ਘੰਟਾ ਗੱਲ ਕਰਦਾ ਸੀ, ਔਰ ਉਹਦੇ ਫਾਦਰ ਨਾਲ ਵੀ ਗੱਲ ਕਰਨੀ ਵੀ ਇਹ ਬੱਚੇ ਨੂੰ ਆਪਾਂ ਕਿਸ ਤਰ੍ਹਾਂ ਆਪਾਂ ਠੀਕ ਕਰ ਸਕਦੇ ਹਾਂ। ਨੰਬਰ 2, ਜਿਹੜੀ ਮੈਂ ਤੁਹਾਨੂੰ ਪਹਿਲਾਂ ਗੱਲ ਕਹੀ ਹੈ ਨਾ, ਜਿਹੜਾ ਅੱਜ ਬੱਚੇ ਜਿਹੜੇ ਫੋਲੋ ਕਰ ਰਹੇ ਨੇ, ਕਿਹਨੂੰ ਕਰ ਰਹੇ ਨੇ? ਅੱਜ ਕਰ ਰਹੇ ਨੇ ਵੀ ਬੁਲਟ ਤਾਂ ਰੱਖਿਆ ਪਟਾਕੇ ਪਾਉਣ ਨੂੰ, ਅੱਜ ਫਾਲੋ ਕਿਹਨਾਂ ਨੂੰ ਕਰ ਰਹੇ ਬੱਚੇ? ਜਿਹੜੇ ਪੁਰਾਣੇ, ਤੁਸੀਂ ਅਗਰ 50 ਸਾਲ ਪਿੱਛੇ ਚੱਲ ਜਾਓ, ਕਦੇ ਕਿਸੇ ਵੀ ਗੈਂਗਸਟਰ ਦਾ ਨਾਮ ਸੁਣਿਆ ਤੁਸੀਂ? ਸੁਰਿੰਦਰ ਕੌਰ, ਆਥਾ ਸਿੰਘ ਮਸਤਾਨਾ, ਜਮਲਾ ਜੱਟ, ਗਾਣੇ ਜਿਹੜੇ ਸੀ ਬੜੇ ਸਾਫ਼ ਸੁਥਰੀ ਗਾਇਕੀ ਸੀ, ਔਰ ਪੰਜਾਬ ਦੇ ਨਾਲ ਢੁਕਦੀ ਗਾਇਕੀ ਸੀ। ਅੱਜ ਜਿਹੜੀ ਗਾਇਕੀ ਹੈ ਉਹ ਐਸੀ ਹੈ, ਉਹਨਾਂ ਨੂੰ ਉਤਸ਼ਾਹਿਤ ਕਰਦੀ ਹੈ ਬੱਚਿਆਂ ਨੂੰ। ਇਹਦੇ ਲਈ ਕਿਤੇ ਨਾ ਕਿਤੇ ਪਹਿਲੀ ਸਟੇਜ ਦੇ ਉੱਤੇ ਤਾਂ ਮਾਂ ਬਾਪ, ਟੀਚਰ ਦਾ ਹੁੰਦਾ, ਪਰ ਜਿਹੜੀ ਗੱਲ ਆਪਾਂ ਡਿਸਕਸ ਕਰ ਰਹੇ ਸੀ ਵੀ ਕਿਵੇਂ ਇਹਨਾਂ ਨੂੰ ਕੀਤਾ ਜਾ ਸਕਦਾ, ਏਦਾਂ ਜੇ ਤੁਸੀਂ ਕਹੋ ਨਾ ਕਿਸੇ ਦੇ ਬਿੱਲੀ ਦੇ ਗੱਲ ਟੱਲੀ ਬੰਨ੍ਹ ਦਈਏ, ਕਿਸੇ ਨੇ ਨਹੀਂ ਬੰਨ੍ਹਣੀ। ਤੁਸੀਂ ਹਰ ਸ਼ਹਿਰ ਦੇ ਵਿੱਚ 5 ਕੋਈ ਡਾਕਟਰ ਲੈ ਲਓ, 5 ਵਕੀਲ ਲੈ ਲਓ, 5 ਪੁਲਿਸ ਅਫਸਰ ਲੈ ਲਓ, 5 ਸਮਾਜਿਕ ਜਿਹੜੇ ਕਾਰਜਕਰਤਾ ਹੁੰਦੇ ਨੇ ਕੋਈ ਉਹ ਲੈ ਲਓ, 5 ਪ੍ਰੋਫੈਸਰ ਲੈ ਲਓ, 5 ਮਨੋਵਿਗਿਆਨਕ ਲੈ ਲਓ, ਡੀਸੀ ਔਰ ਕਮਿਸ਼ਨਰ ਰਲ ਕੇ ਸ਼ਹਿਰ ਦੇ ਵਿੱਚੋਂ 40-50 ਬੰਦਿਆਂ ਦੀ ਇੱਕ ਲਿਸਟ ਬਣਾ ਲੈਣ, ਉਹਨਾਂ ਨੂੰ ਜਿਹੜੇ ਵਿਲਿੰਗਲੀ ਕੰਮ ਕਰਨਾ ਚਾਹੁੰਦੇ ਹੋਣ, ਕਿਤੇ ਨਾ ਕਿਤੇ ਜੇਲ੍ਹ 'ਚ ਜਾਣ, ਹਰ 10 ਬੰਦਿਆਂ ਬੁਲਾ ਕੇ ਗੱਲਬਾਤ ਕਰਨ, ਉਹਨਾਂ ਨੂੰ ਮੋਟੀਵੇਟ ਕਰਨ ਵੀ ਬੱਚੇ ਆਪਣਾ ਇਹਦਾ ਯਾਰ ਨਾਲ ਐਗਜ਼ਾਮਪਲਾਂ ਸੀ। ਜਿੰਨੀ ਦੇਰ ਤੁਸੀਂ ਧਰਤੀ ਦੇ ਉੱਤੇ ਕੰਮ ਨਹੀਂ ਨਾ, ਧਰਾਤਲ ਦੇ ਉੱਤੇ ਕੰਮ ਨਹੀਂ ਕਰਦੇ, ਉਨੀ ਦੇਰ ਗੱਲਾਂ ਨਾਲ ਜੋ ਮਰਜ਼ੀ ਆ ਜਾਓ। ਦੂਜੀ ਗੱਲ ਆ ਗਈ ਸਰਕਾਰ ਦੀ, ਰਾਜੂ ਖੰਨਾ ਜੀ ਵਾਲੀ ਜਿਹੜੀ ਗੱਲ ਸੀ ਵੀ ਸਾਰੇ, ਮੈਂ ਪਹਿਲੀ ਗੱਲ ਤਾਂ ਇਹ ਵੀ ਮੈਂ ਚੰਦ ਪੋਲੀਟੀਕਲ ਬੰਦੇ 220% ਰੋਲ ਹੈ, ਤੁਸੀਂ ਮੁਕਤ ਕਰਾਓ ਪਹਿਲਾਂ ਤਾਂ ਪੁਲਿਸ ਨੂੰ, ਪੋਲੀਟੀਕਲ ਚੁੰਗਲ ਚੋਂ ਬਾਹਰ ਕਢਾਓ, ਪਹਿਲੀ ਗੱਲ। ਅੱਜ ਮੈਂ ਇੱਕੋ ਐਗਜ਼ਾਮਪਲ ਦੇਣਾ ਮੁਖਤਾਰ ਅੰਸਾਰੀ ਦੀ, ਕਿੱਥੋਂ ਆਇਆ, ਕਿੱਥੇ ਲੈ ਕੇ ਉਹ ਰੱਖਿਆ, ਔਰ ਕਿਵੇਂ ਟੌਰਾਂ ਦੇ ਨਾਲ ਉਹ ਤੁਰਿਆ ਫਿਰਦਾ ਹੈ। ਕੀ ਇਹ ਦੂਜੇ ਲੋਕ ਦੇਖ ਕੇ ਉਹਨੂੰ ਫੋਲੋ ਨਹੀਂ ਕਰਦੇ ਵੀ ਇਹ ਤਾਂ ਬੜੀ ਐਸ਼ ਕਰ ਰਹੇ, ਮਗਰ 100 ਪੁਲਿਸ ਵਾਲਾ ਇੱਕ ਬੰਦੇ ਕਰਨ ਵਾਸਤੇ ਉਹਦੇ ਮਗਰ ਉਹ ਟੌਰ ਨਾਲ ਐ ਬਟਨ ਖੋਲ ਕੇ ਚੌੜੇ ਹੋ ਕੇ ਲੋਕ ਤੁਰ ਰਹੇ ਨੇ। ਇਹਨਾਂ ਨੂੰ ਲੋਕ ਜਿਹੜੇ ਬੱਚੇ ਨੇ ਸਾਡੇ ਫੋਲੋ ਕਰਦੇ ਨੇ। ਸਾਡੀ ਪੁਲਿਸ ਨੂੰ ਸਾਨੂੰ ਦੇਖਣਾ ਪੈਣਾ ਵੀ ਇਹ ਜਿਹੜਾ ਜਿਹਨੂੰ ਅਸੀਂ ਗੈਂਗਸਟਰ ਕਹਿੰਦੇ ਆ, ਪਹਿਲੀ ਗੱਲ ਮੈਂ ਪਹਿਲਾਂ ਵੀ ਬੇਨਤੀ ਕੀਤੀ ਆ, ਕੋਈ ਇੰਡੀਅਨ ਲਫ਼ਜ਼, ਕੋਈ ਭਾਰਤੀ ਲਫ਼ਜ਼ ਨਹੀਂ। ਯੂਰਪ ਦੇ ਵਿੱਚ ਵੀ ਇਹ ਬੜਾ, ਜੇ ਆਪਾਂ ਇਹ ਕਹੀਏ ਵੀ ਗੈਂਗਸਟਰ, ਇਹ ਨਹੀਂ ਗੱਲ ਹੈਗੀ, ਵਰਲਡ ਲੈਵਲ ਦੇ ਉੱਤੇ ਬਦਮਾਸ਼ੀ ਹੈਗੀ ਆ। ਚਾਹੇ ਯੂਰਪ ਦੇ ਆਪਾਂ ਚੱਲ ਜਾਈਏ, ਇਟਲੀ ਚੱਲ ਜਾਈਏ, ਨਾਰਵੇ ਚੱਲ ਜਾਈਏ, ਹੋਰ ਮੈਕਸੀਕੋ, ਬਹੁਤ ਵੱਡੇ ਇਹ ਬਣੇ ਹੋਏ ਗੈਂਗ। ਕੌਣ ਹੈ ਗੈਂਗਸਟਰ? ਇਹ ਤਾਂ ਇੱਕ ਮੈਂਬਰ ਆ, ਕ੍ਰਿਮੀਨਲ ਜਿਹੜਾ ਗੈਂਗ ਆ ਉਹ ਐਸਾ ਕ੍ਰਿਮੀਨਲ ਆ ਇੱਕ ਗੈਂਗ ਦਾ
ਮੈਂਬਰ ਆ ਉਹ, ਠੀਕ ਹੈ ਨਹੀਂ, ਪਰ ਸਾਡੀ ਕਲਚਰ ਆ ਉਹਦੇ ਲਈ ਵੱਖਰਾ ਨਾਂ ਰੱਖਿਆ ਹੋਇਆ, ਉਹ ਰੱਖਿਆ ਬਦਮਾਸ਼। ਤੁਸੀਂ ਉਹ ਜੋ culture ਉਹ ਦੂਸਰਾ ਵੀ ਸਾਰੇ ਉਹੀ ਕਰ, ਪਰ ਤੁਹਾਨੂੰ ਕਿਤੇ ਨਾ ਕਿਤੇ ਪੁਲਿਸ ਨੂੰ ਜਿਹੜਾ ਜਿੰਨੀ ਦੇਰ ਤੁਸੀਂ ਮੁਕਤ ਨਹੀਂ ਨਾ ਕਰਾਓ, ਅਗਲਾ ਕਹਿੰਦਾ ਛੱਡ ਇਹਨੂੰ, ਤੈਨੂੰ ਮੈਂ SHO ਨਹੀਂ ਲਵਾਇਆ, ਤੈਨੂੰ ਮੈਂ ਡਿਪਟੀ ਨਹੀਂ ਲਵਾਇਆ। ਜਦੋਂ ਲੱਗਣਾ ਉਹਨਾਂ ਦੇ ਕਹਿਣ ਦੇ ਉੱਤੇ ਆ, ਕਿੱਦਾਂ ਸੱਚਾਈ ਹੈ ਵੀ ਕੋਈ ਕੰਮ ਤੁਸੀਂ ਜਿੰਨੇ ਮਰਜ਼ੀ ਡਿਬੇਟ ਕਰ ਮੁਕਤ ਨਹੀਂ ਨਾ। ਠੀਕ ਹੈ ਬਿਲਕੁਲ। ਜਿਹੜਾ ਪੁਲਿਸਿੰਗ ਸਿਸਟਮ ਦੇ ਵਿੱਚ ਜਿਹੜੀ ਦਖਲਅੰਦਾਜ਼ੀ ਹੈ, ਤੁਸੀਂ ਇਹੀ ਕਹਿਣਾ ਚਾਹ ਰਹੇ ਹੋ ਕਿ ਰਾਜਨੀਤੀ ਦੀ ਦਖਲਅੰਦਾਜ਼ੀ ਹੈ ਉਹ ਖਤਮ ਹੋਣੀ ਚਾਹੀਦੀ ਹੈ। ਠੀਕ ਹੈ ਮਲਹੋਤਰਾ ਜੀ ਵਾਪਸ ਤੁਹਾਡੇ ਕੋਲ ਆਉਣਾ ਮੈਂ ਰਾਜੂ ਖੰਨਾ ਜੀ ਤੋਂ ਵੀ ਆਪਣੇ ਕੰਮ ਹੀ ਕਰਦੇ ਆ। ਠੀਕ ਹੈ, ਤਾਂ ਬਿਲਕੁਲ ਸਤੀਸ਼ ਮਲਹੋਤਰਾ ਜੀ ਦਾ ਕਮੈਂਟ ਲੈ ਰਹੇ ਸੀਗੇ, ਤਾਂ ਰਾਜੂ ਖੰਨਾ ਜੀ ਵੀ ਨਾਲ ਨੇ। ਰਾਜੂ ਖੰਨਾ ਜੀ, ਜਿਵੇਂ ਤੁਸੀਂ ਸਾਰਾ ਕੁਝ ਸੁਣਿਆ, ਉਹ ਕਹਿੰਦੇ ਕਿ ਜਦ ਤੱਕ ਪੁਲਿਸਿੰਗ ਸਿਸਟਮ ਦੇ ਵਿੱਚੋਂ ਜਿਹੜਾ ਰਾਜਨੀਤੀ ਦੀ ਦਖਲਅੰਦਾਜ਼ੀ ਖਤਮ ਨਹੀਂ ਹੁੰਦੀ ਤਾਂ ਇਹ ਚੀਜ਼ਾਂ ਸ਼ਾਇਦ ਕਦੇ ਨਾ ਮੁੱਕ ਸਕਣ। ਇੱਕ ਚੀਜ਼ ਤੁਹਾਡੇ ਤੋਂ ਇਹ ਵੀ ਜਾਣਨੀ ਚਾਹੁੰਦੇ, ਜਿਵੇਂ ਤੁਸੀਂ ਗੀਤਾਂ ਦੀ ਗੱਲ ਹੋਈ ਹੈ, ਜਿਵੇਂ ਕੁਝ ਗੈਂਗਸਟਰਾਂ ਦੇ ਉੱਤੇ ਫਿਲਮਾਂ ਵੀ ਬਣੀਆਂ ਨੇ, ਤਾਂ ਉਹ ਜਿਸ ਲੈਵਲ ਦੇ ਉੱਤੇ ਇਸ ਕਲਚਰ ਨੂੰ ਗਲੋਰੀਫਾਈ ਕਰ ਦਿੱਤਾ ਗਿਆ, ਜਿਹਦੀ ਇਹਦੀ ਸ਼ਾਨੋ ਸ਼ੌਕਤ ਦਿਖਾ ਦਿੱਤੀ ਗਈ, ਲੋਕਾਂ ਦੇ ਵਿੱਚ ਹੀਰੋ ਪ੍ਰੋਜੈਕਟ ਕਰ ਦਿੱਤਾ ਗਿਆ ਸਮਾਜਿਕ ਤੌਰ ਤੇ, ਇਹ ਚੀਜ਼ਾਂ ਮੰਨਦੇ ਹੋ? ਇਹ ਚੀਜ਼ਾਂ ਬਹੁਤ ਜ਼ਿਆਦਾ ਪ੍ਰਭਾਵਿਤ ਕਰਦੀਆਂ ਨੇ ਕੱਚੀ ਉਮਰ ਦੇ ਨੌਜਵਾਨਾਂ ਨੂੰ। ਇਹਨਾਂ ਜਿਹੜੇ ਸਿੰਗਰ ਨੇ ਇਹਨਾਂ ਦੇ ਗਾਣੇ ਉੱਪਰ ਸੈਂਸਰ ਬੋਰਡ ਬਣਨਾ ਚਾਹੀਦਾ। ਦੂਜੀ ਗੱਲ, ਮੈਂ ਸਮਝਦਾ ਕਿ ਸਰਕਾਰਾਂ ਦੀ ਕੋਈ ਦਖਲ ਜ਼ਿਆਦਾ ਪ੍ਰਸ਼ਾਸਨ ਤੇ ਨਹੀਂ ਹੁੰਦੀ ਹੈ। ਮੈਂ ਇੱਕ ਮਲਹੋਤਰਾ ਜੀ ਸਾਡੇ ਪੁਲਿਸ ਅਫਸਰ ਰਹੇ ਨੇ, ਇਹਨਾਂ ਨੂੰ ਵੀ ਕੁਐਸਚਨ ਪੁੱਛਣਾ ਚਾਹੁੰਦਾ, ਸਾਰੇ ਸਿਸਟਮ ਨੂੰ ਕੁਐਸਚਨ ਪੁੱਛਣਾ ਚਾਹੁੰਦਾ ਵੀ ਜਦ ਗੈਂਗਸਟਰ ਪੰਜਾਬ ਦੇ ਵਿੱਚ ਆਮ ਬੰਦਿਆਂ ਨੂੰ ਮਾਰਦੇ, ਬੰਦਿਆਂ ਤੋਂ ਫਰੋਤੀਆਂ ਲੈਂਦੇ ਨੇ, ਇੰਡਸਟਰੀ ਚੱਕ ਲਿਆ, ਗੈਂਗ ਵਾਲੇ ਕੋਈ ਬੰਦੇ ਮਾਰਤੇ, ਕਿਸੇ ਨੇ ਕੁਛ ਕਰਤਾ, ਉਦੋਂ ਪੁਲਿਸ ਕੋਈ ਕਾਰਵਾਈ ਕਰਦੀ ਹੈ। ਜਦੋਂ ਕਿਸੇ, ਮੈਂ ਇਸ ਗੱਲ ਦੀ ਮਾਫੀ ਚਾਹੁੰਦਾ, ਮੈਂ ਇਸ ਗੱਲ ਨੂੰ ਪ੍ਰੂਫ ਨਹੀਂ ਦੇ ਰਿਹਾ, ਪਰ ਜਦੋਂ ਕਿਸੇ ਪੁਲਿਸ ਅਫਸਰ ਤੇ ਅਟੈਕ ਹੁੰਦਾ, ਉੱਤੇ ਹਮਲਾ ਹੁੰਦਾ, ਫਿਰ ਪੁਲਿਸ ਜਾ ਕੇ ਕਲਕੱਤੇ ਤੋਂ ਜਾ ਕੇ, ਬੰਬੇ ਤੋਂ ਜਾ ਕੇ, ਮਹਾਰਾਜ ਜਾ ਕੇ ਉਹਨਾਂ ਗੈਂਗਸਟਰ ਨੂੰ ਐਨਕਾਊਂਟਰ ਕਰਕੇ ਮਾਰਦੇ ਨੇ। ਕੀ ਇਹ ਗੈਂਗਸਟਰ ਨੂੰ ਮਾਰਨਾ ਇਹ ਹੱਲਾ ਹੈ? ਅੱਜ ਜੈਪਾਲ ਮਰਿਆ, ਮੈਂ ਦੇਖੋ, ਹਰ ਇੱਕ ਬੰਦਾ ਜੰਮਦਾ ਕੋਈ ਗੈਂਗਸਟਰ ਨਹੀਂ ਹੁੰਦਾ ਹੈ, ਕੋਈ ਜੰਮਦਾ ਕੋਈ ਨਹੀਂ, ਇਹ ਸਮਾਂ ਤੇ ਹਾਲਾਤ ਬਣਾਉਂਦੇ ਆ। ਉਹ ਇੱਕ ਮਾਂ ਦਾ ਪੁੱਤ ਗਿਆ, ਜਿਹੜੇ ਪਹਿਲਾਂ ਪੁਲਿਸ ਵਾਲੇ ਸਾਡੇ ਐਨਕਾਊਂਟਰ ਦੇ ਵਿੱਚ ਉਹਨਾਂ ਨੇ ਗੋਲੀ ਨਾਲ ਮਰੇ ਨੇ, ਸ਼ਹੀਦ ਹੋਏ ਨੇ। ਮੈਂ ਸਮਝਦਾ ਕਿ ਪੰਜਾਬ ਦੇ ਸੀ, ਇਹ ਵੀ ਪੰਜਾਬ ਦੇ ਪੁੱਤ ਆ ਸਾਡੇ। ਠੀਕ ਕਰਨਾ ਚਾਹੀਦਾ ਕਿ ਆਮ ਬੰਦਾ ਮਰ ਰਿਹਾ, ਲਿਪਾਪੋਚੀ ਕਰਤੀ ਜਾ ਰਹੀ ਹੈ। ਜੇ ਕੋਈ ਜੁੰਬਰ ਬੰਦਾ, ਕੋਈ ਪੁਲਿਸ ਅਫਸਰ ਦਾ ਗੋਲੀ ਮਾਰ ਕੇ ਮਾਰ ਦਿੰਦੇ ਆ, ਤਾਂ ਇਹ ਮੈਂ ਸਮਝਦਾ ਕਿ ਗੈਂਗਸਟਰ ਦੇ ਉੱਪਰ ਡਰ ਹੋਣਾ ਚਾਹੀਦਾ ਵੀ ਜੇ ਕਿਸੇ ਪੁਲਿਸ ਵਾਲੇ ਤੇ ਹਮਲਾ ਕਰਾਂਗੇ ਜਾਂ ਕਿਸੇ ਆਮ ਬੰਦੇ ਤੇ ਹਮਲਾ ਕਰਾਂਗੇ ਤਾਂ ਸਜ਼ਾ ਦੋਹਾਂ ਨੂੰ ਬਰਾਬਰ ਮਿਲਣੀ ਆ। ਤੇ ਇਸ ਕਰਕੇ ਮੈਂ ਚਾਹੁੰਦਾ ਵੀ ਜਿਹੜੇ ਵੀ ਗੈਂਗਸਟਰ ਨੇ, ਖਾਸ ਕਰਕੇ ਜੋ ਜਿਨ੍ਹਾਂ ਦੇ ਪਰਿਵਾਰ ਦੇ ਪਿਛੋਕੜ ਬੱਚੇ ਲੜਦੇ ਨੇ, ਕੁਛ ਕਰਦੇ ਨੇ, ਤਾਂ ਮਾਂ-ਬਾਪ ਨੂੰ ਵੀ ਇਸ ਗੱਲ ਦਾ ਪੂਰਾ ਰੱਖਣਾ ਚਾਹੀਦਾ, ਸਾਡਾ ਬੱਚਾ ਕੀ ਕਰ ਰਿਹਾ, ਕਿੱਥੇ ਫਿਰ ਰਿਹਾ। ਬਿਲਕੁਲ ਮਲਹੋਤਰਾ ਜੀ ਦੀ ਗੱਲ ਠੀਕ ਕਹੀ ਆ ਕਿ 100 ਬੰਦਾ ਇਕੱਠੇ ਹੋ ਕੇ ਜਾ ਰਹੇ ਨੇ, ਫਿਲਮਾਂ 'ਚ ਵੀਡੀਓ ਪਾ ਰਹੇ ਨੇ, ਗਾਣੇ ਪਾ ਰਹੇ ਨੇ, ਅਫਲੇ ਨਾਲ ਫੋਟੋਆਂ ਪਾ ਰਹੇ ਨੇ। ਇਹ ਜਿਹੜੇ ਨਵੇਂ ਬੱਚੇ ਨੇ, ਜਿਵੇਂ ਮੇਰਾ ਬੇਟਾ ਅੱਜ 14 ਸਾਲ ਦਾ, 12 ਸਾਲ ਦਾ ਬੇਟਾ ਮੇਰਾ, ਹਾਂਜੀ 8th ਕਲਾਸ ਪੜ੍ਹਦਾ, ਉਹ ਬੱਚਿਆਂ ਦੇ ਮਨ ਦੇ ਵਿੱਚ ਕੀ ਜਾਊਗਾ ਵੀ ਕੀ ਪੁਲਿਸ ਨਾਲੋਂ ਇਹ ਗੈਂਗਸਟਰ ਜ਼ਿਆਦਾ ਉਹ ਨੇ। ਗਾਣਿਆਂ 'ਚ ਬੱਚਿਆਂ ਦੇ ਗਾਣੇ ਦੇਖਣ ਨੂੰ ਮਿਲਦਾ ਵੀ ਉਹ ਉੱਥੇ ਪੁਲਿਸ ਵਾਲ ਨੂੰ ਮਾਰ ਰਹੇ ਆ, ਗਾਣੇ ਅਫਲਾ ਚੱਕੀ ਫਿਰਦੇ ਨੇ, ਗੱਡੀਆਂ ਟੌਰ ਟੱਪਾਂ ਨਾਲ ਦਿਖਾ ਰਹੇ ਨੇ। ਸੋ ਇਸ ਕਰਕੇ ਸਾਰੇ ਸਿਸਟਮ ਨੂੰ ਠੀਕ ਕਰਨ ਦੀ ਲੋੜ ਆ। ਗੈਂਗਸਟਰ ਪਰ ਡਰ ਹੋਵੇ ਵੀ ਜੇ ਮੈਂ ਆਮ ਬੰਦੇ ਦੇ ਮੂੰਹ ਕਿਤੇ ਕਿਸੇ ਨੂੰ ਮਾਰੂੰਗਾ, ਕਿਸੇ ਨਾਲ ਧੱਕਾ ਕਰੂੰਗਾ, ਤਾਂ ਮੇਰਾ ਉਹੀ ਜੈਪਾਲ ਭੁੱਲਰ ਵਰਗਾ। ਠੀਕ ਹੈ ਰਾਜੂ ਖੰਨਾ ਜੀ, ਆਪਾਂ ਧਵਨ ਜੀ ਤੁਹਾਡੇ ਤੋਂ ਕਮੈਂਟ ਲੈਣੇ ਆ। ਬਸ 1 ਮਿੰਟ, ਇੱਕ ਇਹਦੇ ਉੱਤੇ ਮਲਹੋਤਰਾ ਸਾਹਿਬ, ਤੁਸੀਂ ਸਾਰੀ ਗੱਲ ਸੁਣੀ ਹੈ ਜੋ ਇਹਨਾਂ ਦੇ ਵੱਲੋਂ ਕਿਹਾ ਗਿਆ ਹੈ ਰਾਜੂ ਖੰਨਾ ਜੀ ਦੇ ਵੱਲੋਂ। ਇੱਕ ਚੀਜ਼ ਬਹੁਤ ਬਰੀਫ ਦੇ ਵਿੱਚ ਜਵਾਬ ਦਿਓ। ਉਹ ਕਹਿੰਦੇ ਕਿ ਜਦੋਂ ਪੁਲਿਸ ਵਾਲੇ ਕਿਸੇ ਤੇ ਹਮਲਾ ਹੋ ਜਾਂਦਾ ਉਦੋਂ ਕਾਰਵਾਈ ਬਹੁਤ ਤੇਜ਼ੀ ਦੇ ਨਾਲ ਕੀਤੀ ਜਾਂਦੀ ਹੈ, ਆਊਟ ਆਫ ਦਾ ਵੇ ਜਾ ਕੇ ਕਰ ਦਿੱਤੀ ਜਾਂਦੀ ਹੈ। ਆਮ ਲੋਕਾਂ ਵਾਲੀ ਉਸ ਲੈਵਲ ਦੀ ਕਾਰਵਾਈ ਨਹੀਂ ਹੁੰਦੀ, ਤਾਂ ਗੈਂਗਸਟਰਾਂ ਦੇ ਮਨਾਂ ਦੇ ਵਿੱਚ ਡਰ ਬਰਾਬਰ ਦਾ ਹੋਣਾ ਚਾਹੀਦਾ। ਜੇ ਅਸੀਂ ਕੁਝ ਵੀ ਕਰਾਂਗੇ ਸਖਤਾਈ ਦੇ ਨਾਲ ਸਾਡੇ ਤੇ ਕਾਰਵਾਈ ਹੋਊਗੀ। ਦੇਖੋ, ਮੈਂ ਰਾਜੂ ਖੰਨਾ ਜੀ ਦੀ ਗੱਲ ਨਾਲ ਸਹਿਮਤ ਹਾਂ, ਪਰ ਲੋਕ ਜਿਹੜੇ ਨੇ, ਪਬਲਿਕ ਜਿਹੜੀ ਹੈ ਪੁਲਿਸ ਤੋਂ ਉਮੀਦ ਕਰਦੀ ਹੈ ਵੀ ਅਗਰ ਕੋਈ ਸ਼ਾਂਤੀ ਸਮਾਜ ਦੇ ਵਿੱਚ ਕੋਈ ਰੱਖਣੀ ਹੈ, ਸੁਰੱਖਿਆ ਦੇਣੀ ਹੈ, ਤਾਂ ਪੁਲਿਸ ਦੀ ਡਿਊਟੀ ਹੈ। ਜਦੋਂ ਪੁਲਿਸ ਮੁਲਾਜ਼ਮ ਮਰ ਜਾਂਦੇ ਤਾਂ ਲੋਕ ਉਹਨਾਂ ਨੂੰ ਸਵਾਲ ਪੁੱਛਦੇ ਨੇ, ਜੇ ਤੁਹਾਡੇ ਤੇ ਹੀ ਅਟੈਕ ਹੋ ਰਿਹਾ, ਤੁਸੀਂ ਉਹ ਮਰ ਰਹੇ ਹੋ, ਤੁਹਾਨੂੰ ਮਾਰਿਆ ਜਾ ਰਿਹਾ, ਤੁਸੀਂ ਸਾਡੀ ਰੱਖਿਆ ਕਿੱਥੇ ਕਰੋਗੇ? ਇੱਕ ਤਾਂ ਬਹੁਤ ਵੱਡਾ ਇਹ ਜਿਹੜਾ ਪੁਆਇੰਟ ਜਿਹੜਾ
ਵੈਸੇ ਮੰਨਦੇ ਹੋ ਆਮ ਲੋਕਾਂ ਤੇ ਕਾਰਵਾਈ ਹੁੰਦੀ ਹੈ ਉਦੋਂ ਪੁਲਿਸ ਇੰਨੀ ਤੇਜ਼ੀ ਦੇ ਨਾਲ ਕਾਰਵਾਈ ਨਹੀਂ ਕਰਦੀ, ਬਹੁਤ ਇਸ ਤਰ੍ਹਾਂ ਦੇ ਮਾਮਲੇ ਨੇ, ਪਰ ਜਦੋਂ ਕਿਸੇ ਪੁਲਿਸ ਮੁਲਾਜ਼ਮ ਦੇ ਉੱਤੇ ਇਸ ਤਰ੍ਹਾਂ ਦੀ ਘਟਨਾਕ੍ਰਮ ਹੁੰਦੀ ਹੈ ਜਾਂ ਇਸ ਤਰ੍ਹਾਂ ਦਾ ਕੋਈ ਮਾਮਲਾ ਹੁੰਦਾ ਤਾਂ ਆਊਟ ਆਫ ਦਾ ਵੇ ਜਾ ਕੇ ਵੀ ਕਾਰਵਾਈ ਹੁੰਦੀ ਹੈ। ਜਿਵੇਂ ਹੁਣ ਕੱਲ ਜਿਹੜਾ ਐਨਕਾਊਂਟਰ ਹੋਇਆ ਔਰ ਲੋਕ ਕਹਿ ਰਹੇ ਸੀ, ਕਹਿੰਦੇ ਕਿ ਹੁਣ ਐਨਕਾਊਂਟਰ ਹੋ ਜਾਊਗਾ ਬਹੁਤ ਛੇਤੀ, ਮਹੀਨੇ ਤੋਂ ਪਹਿਲਾਂ ਹੀ ਹੋ ਜਾਊਗਾ, ਤਾਂ ਹੋਇਆ ਵੀ ਇਹੀ ਇਦਾਂ ਹੀ ਹੈ। ਨਹੀਂ, ਐਸੀ ਕੋਈ ਗੱਲ ਨਹੀਂ। ਪੁਲਿਸ ਜਿਹੜੀ ਕੰਮ ਕਰਦੀ ਹੈ, ਜਦੋਂ ਵੀ ਕੋਈ ਕ੍ਰਾਈਮ ਹੁੰਦਾ, ਹਰ ਐਸਐਚਓ ਦੀ ਆਪਣੀ ਰਿਸਪੌਂਸਿਬਿਲਟੀ ਹੁੰਦੀ ਹੈ ਵੀ ਅਗਰ ਮੈਂ ਇਸ ਨੂੰ ਹੱਲ ਨਾ ਕੀਤਾ ਤਾਂ ਮੈਨੂੰ ਐਸਐਸਪੀ, ਮੈਨੂੰ ਡੀਆਈਜੀ, ਮੈਨੂੰ ਆਈਜੀ, ਮੈਨੂੰ ਡੀਜੀਪੀ ਪੁੱਛੇਗਾ। ਹਰ ਜਿਹੜਾ ਪੁਲਿਸ ਅਫਸਰ ਹੈ ਆਪਣੀ ਪੂਰੀ ਤਨਦੇਹੀ ਦੇ ਨਾਲ ਕੰਮ ਕਰਦਾ। ਪਰ ਕਈ ਵਾਰੀ ਜਦੋਂ ਇਹ ਜਿਹੜਾ ਪਾਰਟਿਕੂਲਰ ਤੁਸੀਂ ਗੱਲ ਕਰ ਰਹੇ ਹੋ, ਕਿਉਂਕਿ ਉਹਦੇ ਲਈ ਟੀਮਾਂ ਬਣੀਆਂ ਸੀ, ਲੋਕ ਬਾਰ-ਬਾਰ ਆਪਾਂ ਦੇਖਿਆ ਹੀ ਆ ਮੀਡੀਆ ਕਿਵੇਂ ਅੱਜ 2 ਦਿਨ ਹੋ ਗਏ, ਅੱਜ 3 ਦਿਨ ਹੋ ਗਏ, ਅੱਜ 4 ਦਿਨ ਹੋ ਗਏ ਵੀ ਤੁਹਾਡੀ ਪੁਲਿਸ ਦੇ ਹੱਥ ਖਾਲੀ, ਪੁਲਿਸ ਦੇ। ਸੋ ਇਹ ਵੀ ਇੱਕ ਬੜੀ ਵੱਡੀ ਕਾਮਯਾਬੀ ਆ, ਇੱਕ ਇਨਫੋਰਮੇਸ਼ਨ ਲੈ ਕੇ ਇੱਕ ਬਾਹਰਲੀ ਸਟੇਟ ਦੀ ਪੁਲਿਸ ਨੂੰ ਇਨਫੋਰਮੇਸ਼ਨ ਦੇਣੀ ਔਰ ਉਹਨੂੰ ਦੱਸਿਆ ਅੱਗੇ ਉੱਥੇ ਜੋ ਵਾਪਰਿਆ ਉਹ ਤੁਹਾਡੇ ਸਾਹਮਣੇ ਆ। ਦੂਸਰੀ ਗੱਲ ਜਿਹੜੀ ਰਾਜੂ ਖੰਨਾ ਜੀ ਕਹਿ ਰਹੇ, ਮੈਂ ਬਿਲਕੁਲ ਸਹਿਮਤ ਹਾਂ। ਇੱਕ ਤਾਂ ਜੇ ਆਪਾਂ ਇਹਨਾਂ ਨੂੰ ਸਹੀ ਰਸਤੇ ਤੇ ਲਿਆਉਣਾ, ਜਿਵੇਂ ਮੈਂ ਪਹਿਲਾਂ ਉਹ ਗੱਲ ਦੱਸੀ ਆ, ਦੂਜੀ ਵੀ ਮੈਂ ਗੱਲ ਕਹੂੰਗਾ ਵੀ ਇਹਦੀ ਸਭ ਤੋਂ ਜਿਹੜੀ ਰਿਸਪੌਂਸਿਬਿਲਟੀ ਆ ਉਹ ਪੇਰੈਂਟਸ ਤੇ ਟੀਚਰ ਦੀ ਹੈ, ਪਹਿਲੀ ਸਟੇਜ ਦੇ ਵਿੱਚ। ਦੂਸਰੀ ਸਟੇਜ ਦੇ ਵਿੱਚ ਕਿਤੇ ਨਾ ਕਿਤੇ ਸਕੂਲਾਂ ਦੇ ਵਿੱਚ, ਤੁਸੀਂ ਕਿਸੇ ਸਕੂਲ 'ਚ ਚੱਲ ਜਾਓ, ਸਪੋਰਟਸ ਟੀਚਰ ਹੀ ਹੈ ਨਹੀਂ। ਤੀਸਰਾ, ਤੁਸੀਂ ਸ਼ਹਿਰਾਂ 'ਚ ਆ ਜਾਓ, ਕਿਤੇ ਵੀ ਸਪੋਰਟਸ ਗਰਾਊਂਡ ਮੈਨੂੰ ਦਿਖਾ ਦਿਓ। ਲੁਧਿਆਣਾ ਕਿੱਡਾ ਵੱਡਾ ਸ਼ਹਿਰ ਹੈ, ਇੱਕ ਪਾਸੇ ਉਹ ਸਿਰਫ ਹੈ, ਉੱਥੇ ਵੀ ਤੁਹਾਨੂੰ ਬੜੇ ਚੰਦ ਬੱਚੇ ਜਾਂਦੇ ਨੇ, ਜਿਵੇਂ ਆਮ ਗਲੀਆਂ ਮੁਹੱਲਿਆਂ ਦੇ ਖੇਡਣ ਲਈ ਹੁੰਦਾ ਨਾ, ਮਿਲਦਾ ਵੀ ਸਪੋਰਟਸ ਉਹਨਾਂ ਨੂੰ ਮਾਹੌਲ ਮਿਲੇ, ਕੋਈ ਸਪੋਰਟਸ ਦਾ ਕੋਈ ਗਰਾਊਂਡ ਹੋਵੇ। ਸ਼ਹਿਰਾਂ 'ਚ ਹੈ ਹੀ ਨਹੀਂ, ਕਿਤੇ ਵੀ ਹੈ ਨਹੀਂ, ਪਿੰਡਾਂ 'ਚ ਨੇ। ਚਲੋ ਠੀਕ ਹੈ ਪ੍ਰਣਵ ਸਾਡੇ ਨਾਲ ਨੇ, ਕਾਂਗਰਸ ਦੇ ਸਪੋਕਸਪਰਸਨ ਨੇ, ਤੇ ਵਾਪਸ ਤੁਹਾਡੇ ਕੋਲ ਵਾਪਸ ਆਉਂਗਾ। ਮਲਹੋਤਰਾ ਸਾਹਿਬ ਪਹਿਲਾਂ ਕਮੈਂਟ ਲੈ ਲਈਏ, ਬਹੁਤ ਦੇਰ ਦੇ ਵੇਟ ਕਰ ਰਹੇ ਨੇ। ਜੀ ਤੁਹਾਡੇ ਕੋਲ ਵਾਪਸ ਆਨੇ। ਤਵਨ ਜੀ, ਤੁਸੀਂ ਸੁਣ ਰਹੇ ਹੋ, ਤੁਸੀਂ ਸਪੋਕਸਪਰਸਨ ਵੀ ਹੋ ਤੇ ਸਰਕਾਰ ਵੀ ਕਾਂਗਰਸ ਦੀ ਹੈ, ਤਾਂ ਇਹ ਵੀ ਇੱਕ ਪੱਖ ਉੱਠਦਾ ਹੈ ਕਿ ਨੌਜਵਾਨਾਂ ਨੂੰ ਆਪਣੀ એનર્ਜੀ ਨੂੰ ਸਹੀ ਢੰਗ ਦੇ ਨਾਲ ਚੈਨਲਾਈਜ਼ ਕਰਨ ਦੇ ਮੌਕੇ ਨਹੀਂ ਮਿਲ ਪਾਉਂਦੇ, ਤਾਂ ਇਹ ਜਵਾਬ ਤੁਸੀਂ ਬਿਹਤਰ ਦੇ ਸਕਦੇ ਹੋ। ਸਰਕਾਰ ਦੇ ਪ੍ਰਬੰਧਾਂ ਨੂੰ ਕਾਫੀ ਮੰਨਦੇ ਹੋ? देखो, मैं एक गल कहांगा गगन जी, सरकार अपनी पूरी जदमोजात करती है हमेशा, लेकिन एक गल बिल्कुल ठीक कही सतीश जी ने, किते ना किते पुलिस की भी प्रेस्टीज का सवाल आ जाता है। जब पुलिस बीते दिन जो लुधियाना च हरकत हुई, दो ASIs का जो काम होया, उन्हों की मौत हुई उस विच, तो देखो किते ना किते एक पुलिस की अनगैली सामने आती है या उन्होंने प्रेस्टीज इशू बन जाते हैं, जिस करके पुलिस मैं मानता है कि इस कारण ज्यादा जल्दी कार्रवाई करती है। जो लोकल इंसान के उपर काम होता है वो कभी कभी अनगहलियां भी हो जाती हैं, लेकिन उस वास्ते सरकारां बैठियां, सरकारां दे सामने जब मुद्दे चुके जाते हैं, जिहड़ी अज मैं गल करा पंजाब दी सरकार है, मानयोग मुख मंत्री पंजाब कैप्टन अमरिंदर सिंह जी दी, तुसीं देखो जद भी अज ट्विटर ते भी तुसीं देखो साडे मानयोग मुख मंत्री पंजाब, साडे पंजाब दे यूथ कांग्रेस दे प्रधान बरिंदर ढिल्लों जी 24 घंटे एक्टिव रहिंदे ने। पिछले दिनी जब सानू कंप्लेंट भी आई तो कई लोगों ते उसे वक्त काम करन दे हदायतां दित्तियां गईयां, लेकिन कारगुजारी देखो हर सरकार अपने वालों कर रही है, लेकिन कमियां रहिंदी हैं। मैं इस चीज को गुरेज नहीं कर रहा, क्योंकि यह मुद्दा नौजवानों नाल जुड़िया है। मैं भी एक नौजवान हाँ, एक्सपेक्टेशंस बहुत हाई रहती हैं, और मैं सोचता कि जिथे एक्सपेक्टेशंस की गल है उत्थे तक सरकार नहीं पहुंच पाती, चाहे एजुकेशन की गल होवे, चाहे खेल स्टेडियमां की गल होवे, क्योंकि खेल स्टेडियम होने भी जरूरी है जिथे नौजवान रुझिया रहेगा। और तुसीं देखो, लेकिन मानयोग कैप्टन अमरिंदर सिंह जी सरकार दे विच ये सारे काम होए ने। अज तुसीं पिंडां दी कार्यशैली देखो, अज मैं अमृतसर तो आना, श्री अमृतसर साहब गुरुआं पीरां दी धरती है, और साडे ही अज देहाती हलकियां विच खेल स्टेडियम बन रहे हैं, चाहे सरकारिया साहब के हल्के की गल करिए जाए। मैं इस एक हल्के ते नहीं इस वक्त टच करना चाहूंगा, जिहड़ी यूथ की असीं गल कर रहे हैं वो बहुत जरूरी है कि यूथ इस वक्त प्रेरित होना चाहिए है। एक ऐसी कमेटियां जरूर बननी चाहिए कि चाहे कोई गैंगस्टर्स ने, चाहे कोई होर ने, उन्हां वास्ते कमेटियां बनाए सरकार, ताकि उन्हां नूं प्रेरित करके वापस मुड़ उन्हां नूं समझा के वापस आ जाए कि वो वापस मुख्तारा दे विच आ जाण। ਸਾਡੇ ਕੋਲ ਇੰਨਾ ਹੀ ਸੀ, ਬਹੁਤ ਵਧੀਆ ਜਿਹੜਾ ਪੱਖ ਸਾਹਮਣੇ ਆਇਆ। ਸਾਡੇ ਨਾਲ ਸ਼੍ਰੋਮਣੀ ਅਕਾਲੀ ਦਲ ਤੋਂ ਜੁੜੇ ਸਨ ਗੁਰਪ੍ਰੀਤ ਸਿੰਘ ਰਾਜੂ ਖੰਨਾ, ਹਲਕਾ ਅਮਲੋਹ ਦੇ ਇੰਚਾਰਜ ਵੀ ਨੇ। ਇਸ ਤੋਂ ਇਲਾਵਾ ਸਾਬਕਾ ADCP ਜੁੜੇ ਸੀ ਪੰਜਾਬ ਪੁਲਿਸ ਦੇ ਸਤੀਸ਼ ਮਲਹੋਤਰਾ, ਤੇ ਸਾਡੇ ਨਾਲ ਕਾਂਗਰਸ ਤੋਂ ਜੁੜੇ ਸੀ ਯੂਥ ਆਗੂ ਸੀਗੇ, ਔਰ ਉਹਨਾਂ ਦਾ ਵੀ ਧੰਨਵਾਦ, ਧਵਨ ਜੀ ਦਾ ਵੀ ਧੰਨਵਾਦ, ਤਾਂ ਤਮਾਮ ਪੈਨਲ ਦੇ ਮੈਂਬਰਾਂ ਦਾ ਧੰਨਵਾਦ ਜਿਨ੍ਹਾਂ ਦੇ ਵੱਲੋਂ ਗੱਲਬਾਤ ਕੀਤੀ ਗਈ ਹੈ। ਤਾਂ ਗੈਂਗਸਟਰ ਕਲਚਰ ਦੇ ਉੱਤੇ ਗੱਲਬਾਤ ਕੀਤੀ ਗਈ ਹੈ, ਕਿਉਂਕਿ ਜੈਪਾਲ ਭੁੱਲਰ ਤੇ ਜਸਪ੍ਰੀਤ ਜੱਸੀ ਦੇ ਐਨਕਾਊਂਟਰ ਤੋਂ ਬਾਅਦ ਜਿਹੜਾ ਕੋਲਕਾਤਾ ਦੇ ਵਿੱਚ ਹੋਇਆ, ਇੱਕ ਵਾਰ ਫਿਰ ਤੋਂ ਇਹ ਸਵਾਲ ਜ਼ਰੂਰ ਖੜੇ ਹੋਏ ਨੇ ਕਿ ਨੌਜਵਾਨ ਕਿਉਂ ਇਸ ਪਾਸੇ ਆਕਰਸ਼ਿਤ ਹੋ ਰਹੇ ਨੇ ਤੇ ਕਿਹੜੇ ਤਰੀਕਿਆਂ ਦੇ ਨਾਲ ਨੌਜਵਾਨਾਂ ਨੂੰ ਸਹੀ ਪਾਸੇ ਮੋੜਿਆ ਜਾ ਸਕਦਾ ਹੈ। ਤੇ ਆਸ ਉਮੀਦ ਕਰਦਾ ਤੁਹਾਨੂੰ ਸਾਡੀ ਇਹ ਪੇਸ਼ਕਸ਼ ਪਸੰਦ ਆਈ ਹੋਵੇਗੀ। ਧੰਨਵਾਦ।